एक ओंकार सतनाम करता पुरख निरभौ निर्वैर अकाल मूरत अजूनी सैभंग गुरप्रसाद जप आद सच जुगाद सच है भी सच नानक होसी भी सच वाहिगुरु जी का खालसा वाहिगुरु जी की फतेह सो डियर स्टूडेंट्स इन दिस वीडियो आई एम गोइंग टू कवर द टॉपिक बजट एक्सपेंडिचर so in this video I'm going to cover the topic budget expenditure ਬਜਟ ਐਕਸਪੈਂਡੀਚਰ ਦੋ ਤਰ੍ਹਾਂ ਦਾ ਹੁੰਦਾ ਰੈਵਨਿਊ ਐਕਸਪੈਂਡੀਚਰ ਜਿੱਦਾਂ ਬਜਟ ਰਿਸੀਟਸ ਦੋ ਤਰ੍ਹਾਂ ਦੀ ਸੀ ਉੱਦਾਂ ਹੀ ਬਜਟ ਐਕਸਪੈਂਡੀਚਰ ਵੀ ਦੋ ਤਰ੍ਹਾਂ ਦਾ ਰੈਵਨਿਊ ਐਕਸਪੈਂਡੀਚਰ ਤੇ ਕੈਪੀਟਲ ਐਕਸਪੈਂਡੀਚਰ ਬਜਟ ਐਕਸਪੈਂਡੀਚਰ ਵੀ ਦੋ ਤਰ੍ਹਾਂ ਦਾ ਰੈਵਨਿਊ ਐਕਸਪੈਂਡੀਚਰ ਤੇ ਕੈਪੀਟਲ ਐਕਸਪੈਂਡੀਚਰ ਬਜਟ ਐਕਸਪੈਂਡੀਚਰ ਇਜ਼ ਆਫ ਟੂ ਟਾਈਪ ਰੈਵਨਿਊ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਸੋ ਰੈਵਨਿਊ ਐਕਸਪੈਂਡੀਚਰ ਤੇ ਕੈਪੀਟਲ ਐਕਸਪੈਂਡੀਚਰ ਹੁੰਦੇ ਕੀ ਹੈ ਜ਼ਰਾ ਧਿਆਨ ਨਾਲ ਦੇਖਣਾ ਰੈਵਨਿਊ ਮੀਨਸ ਦੇਖੋ ਜੀ ਅਸੀਂ ਖਰਚਾ ਕਰਦੇ ਹਾਂ ਸਾਡਾ ਐਸੈਟ ਵੱਧਦਾ ਨਾ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਉਹ ਵਾਲਾ ਐਕਸਪੈਂਡੀਚਰ ਹੈ ਨਾ ਤਾਂ ਸਾਡਾ ਕੋਈ ਐਸੈਟ ਵਧਿਆ ਨਾ ਤਾਂ ਸਾਡਾ ਖਰਚਾ ਕਰਨ ਤੋਂ ਬਾਅਦ ਕੋਈ ਐਸੈਟ ਵਧਿਆ ਨਾ ਸਾਡੇ ਸਿਰ ਤੋਂ ਕੋਈ ਕਰਜ਼ਾ ਲੱਥਿਆ ਮੀਨਸ ਨਾ ਤਾਂ ਐਸੈਟ ਵਧਿਆ ਨਾ ਸਿਰ ਤੋਂ ਕੋਈ ਕਰਜ਼ਾ ਲੱਥਿਆ ਮੀਨਸ ਰੈਵਨਿਊ ਐਕਸਪੈਂਡੀਚਰ ਆਰ ਦੋਜ਼ ਐਕਸਪੈਂਡੀਚਰ ਵਿਚ ਨਾਈਦਰ increases any asset of the government nor reduces any liability of the government ਉਹ ਵਾਲਾ ਖਰਚਾ ਜਿੰਦੇ ਨਾਲ ਨਾ ਤਾਂ ਸਰਕਾਰ ਦਾ ਐਸੈਟ ਵਧਿਆ ਨਾ ਲਾਇਬਿਲਿਟੀ ਘਟੀ ਹੁਣ ਇਹਦੀ ਸਾਰੀ ਐਗਜ਼ਾਮਪਲਸ ਦੇਖਿਓ ਮੀਨਸ ਇਹੋ ਜਿਹਾ ਐਕਸਪੈਂਡੀਚਰ ਜਿੰਦੇ ਨਾਲ ਨਾ ਕੋਈ ਐਸੈਟ ਵਧਿਆ ਨਾ ਲਾਇਬਿਲਿਟੀ ਘਟੀ ਉਹਦੀ ਐਗਜ਼ਾਮਪਲ ਨੇ ਸਰਕਾਰ ਦੇਖੋ ਵੇਜਸ ਦਿੰਦੀ ਹੈ ਦੇਖਿਓ ਜ਼ਰਾ ਧਿਆਨ ਨਾਲ ਜਿੱਦਾਂ ਮਨਰੇਗਾ ਸਕੀਮ ਦੇ ਵਿੱਚ ਲੋਕਾਂ ਨੂੰ ਦਿਹਾੜੀਆਂ ਦਿੱਤੀਆਂ ਜਾਂਦੀਆਂ ਇਹ ਵੇਜਸ ਦਿੱਤੀ ਜਾਂਦੀ ਹੈ ਭਈਆਂ ਨੂੰ ਮੀਨਸ ਇਹਦੇ ਨਾਲ ਕੀ ਸਰਕਾਰ ਦਾ ਕੋਈ ਐਸੈਟ ਵਧਿਆ ਨਹੀਂ ਕਿ ਸਰਕਾਰ ਦੇ ਸਿਰੋਂ ਕੋਈ ਕਰਜ਼ਾ ਲੱਥਿਆ ਨਹੀਂ ਉਸ ਤੋਂ ਬਾਅਦ ਦੀ ਹੋਰ ਪੁਆਇੰਟ ਕੀ ਹੁੰਦਾ ਸਾਡੇ ਕੋਲ ਡਿਫੈਂਸ ਪਰਚੇਜ਼ਸ ਹੁਣ ਬੱਚੇ ਸੋਚਦੇ ਆ ਡਿਫੈਂਸ ਪਰਚੇਜ਼ ਦੇ ਨਾਲ ਸਾਡੇ ਸਰਕਾਰ ਦਾ ਰਫੇਲ ਡੀਲ ਦੇ ਵਿੱਚ ਅਸੀਂ ਖਰੀਦੀਆਂ ਮਿਸਾਈਲਸ ਖਰੀਦੀਆਂ ਫਰਾਂਸ ਤੋਂ ਬੱਚੇ ਸੋਚਦੇ ਆ ਕਿ ਸਾਡਾ ਐਸੈਟ ਵਧਿਆ ਐਸੈਟ ਤਾਂ ਹੈ ਰਫਾਈਲ ਪਰ ਉਹ ਪ੍ਰੋਡਕਟਿਵ ਐਸੈਟ ਨਹੀਂ ਹੈ ਇਸ ਲਈ ਅਸੀਂ ਇਹਨੂੰ ਡਿਫੈਂਸ ਪਰਚੇਜ਼ਸ ਨੂੰ ਰੈਵਨਿਊ ਐਕਸਪੈਂਡੀਚਰ 'ਚ ਨਹੀਂ ਖਰੀਦਦੇ ਐਸੈਟ ਵੀ ਉਹ ਵਧਣੇ ਚਾਹੀਦੇ ਜਿਹੜੇ ਪ੍ਰੋਡਕਟਿਵ ਐਸੈਟ ਹੋਣ ਹੁਣ ਰਫਾਈਲ ਡੀਲ ਦੇ ਵਿੱਚ ਜੋ ਅਸੀਂ ਮਿਸਾਈਲਸ ਖਰੀਦਦੇ ਉਹਦੇ ਨਾਲ ਸਾਡੇ ਕੋਈ ਐਸੈਟ ਥੋੜ੍ਹਾ ਵਧੇ ਸੋ ਉਸ ਤੋਂ ਬਾਅਦ ਉਹਦੀ ਅਗਲਾ ਪੁਆਇੰਟ ਹੈ ਸਾਡੇ ਕੋਲ ਰੈਵਨਿਊ ਐਕਸਪੈਂਡੀਚਰ ਦਾ ਐਕਸਪੈਂਡੀਚਰ ਔਨ ਸਬਸਿਡੀਜ਼ ਸਬਸਿਡੀ ਜਿੱਦਾਂ ਤੁਸੀਂ ਦੇਖ ਰਹੇ ਹੋ ਸਰਕਾਰ ਸਬਸਿਡੀਜ਼ ਦੇ ਰਹੀ ਹੈ LPG ਸਿਲੰਡਰਸ ਦੇ ਵਿੱਚ ਇਹ ਜਿਹੜੀ ਸਬਸਿਡੀ ਹੈ ਸਰਕਾਰ ਸਸਤੇ 'ਚ ਸਿਲੰਡਰ ਦਿੰਦੀ ਹੈ ਕਿ ਸਬਸਿਡੀ ਦੇ ਨਾਲ ਸਰਕਾਰ ਖਰਚਾ ਕਰ ਰਹੀ ਹੈ ਕਿ ਸਰਕਾਰ ਦਾ ਐਸੈਟ ਵਧਿਆ ਨਾ ਕੋਈ ਲਾਇਬਿਲਿਟੀ ਘਟੀ ਨਾ ਮੀਨਸ ਅਸੀਂ ਐਗਜ਼ਾਮਪਲਸ ਕਰ ਲਈ ਹੈ ਰੈਵਨਿਊ ਐਕਸਪੈਂਡੀਚਰ ਦੀਆਂ ਹੁਣ ਰੈਵਨਿਊ ਐਕਸਪੈਂਡੀਚਰ ਤਾਂ ਆਪਣੇ ਹੋ ਗਏ ਹੁਣ ਅਸੀਂ ਕਰਨ ਜਾ ਰਹੇ ਹਾਂ ਕੈਪੀਟਲ ਐਕਸਪੈਂਡੀਚਰ ਸੋ ਰੈਵਨਿਊ ਐਕਸਪੈਂਡੀਚਰ ਹੋ ਚੁੱਕਿਆ ਹੁਣ ਅਸੀਂ ਕੈਪੀਟਲ ਐਕਸਪੈਂਡੀਚਰ ਕਰਨ ਜਾ ਰਹੇ ਹਾਂ ਸੋ ਰੈਵਨਿਊ ਐਕਸਪੈਂਡੀਚਰ ਇਹਦੇ ਵਿੱਚ ਹੀ ਖਤਮ ਹੋ ਗਿਆ ਸੋ ਕੈਪੀਟਲ ਐਕਸਪੈਂਡੀਚਰ ਰੈਵਨਿਊ ਐਕਸਪੈਂਡੀਚਰ ਦਾ ਉਲਟਾ ਹੋ ਜਾਏਗਾ ਇੱਕ ਤਰ੍ਹਾਂ ਨਾਲ ਕੈਪੀਟਲ ਐਕਸਪੈਂਡੀਚਰ ਇਜ਼ ਦਾ ਐਕਸਪੈਂਡੀਚਰ ਵਿਚ ਇਨਕਰੀਜ਼ਸ ਦਾ ਆਈਦਰ ਇਨਕਰੀਜ਼ਸ ਦਾ ਐਸੈਟਸ ਮੀਨਸ ਜਾਂ ਤਾਂ ਐਸੈਟ ਵਧਾਊਗਾ ਜਾਂ ਸਰਕਾਰ ਦਾ ਕਰਜ਼ਾ ਲਾਊਗਾ ਮੀਨਸ ਐਸੈਟ ਜਾਂ ਤਾਂ ਸਰਕਾਰ ਦਾ ਐਸੈਟ ਵਧੂਗਾ ਜਾਂ ਲਾਇਬਿਲਿਟੀ ਘਟੂਗੀ ਦਿਸ ਔਰ ਦਿਸ ਦੋਨਾਂ 'ਚੋਂ ਇੱਕ ਚੀਜ਼ ਜ਼ਰੂਰ ਹੋਏਗੀ ਦਿਸ ਔਰ ਦਿਸ ਸੋ ਹੁਣ ਇਹਦੇ ਵਿੱਚ ਹੋਊਗਾ ਕਿ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਬੇਸਿਕਲੀ ਹੁਣ ਆਪਾਂ ਕਰਨ ਕੀ ਜਾ ਰਹੇ ਹਾਂ ਸੋ ਇਹੋ ਜਿਹਾ ਐਕਸਪੈਂਡੀਚਰ ਦੀ ਐਗਜ਼ਾਮਪਲ ਦੇ ਰਹੇ ਹਾਂ ਜਿਹਦੇ ਨਾਲ ਕੈਪੀਟਲ ਐਕਸਪੈਂਡੀਚਰ ਅਸੀਂ ਇਹੋ ਜਿਹਾ ਕੈਪੀਟਲ ਐਕਸਪੈਂਡੀਚਰ ਕਰ ਰਹੇ ਹਾਂ ਜਿਹਦੇ ਨਾਲ ਸਰਕਾਰ ਦਾ ਐਸੈਟ ਵੱਧਦਾ ਹੋਵੇ ਸੋ ਜਿੱਦਾਂ ਹੁਣ ਸਰਕਾਰ ਐਕਸਪੈਂਡੀਚਰ ਕਰ ਰਹੀ ਹੈ ਕਿ ਜਿੱਦਾਂ ਸਰਕਾਰ ਨੇ ਕੋਈ LIC ਆਫਿਸ ਹੈ ਜਿੱਦਾਂ ਸਰਕਾਰੀ ਬਿਲਡਿੰਗ ਸਰਕਾਰੀ ਜ਼ਮੀਨ ਹੈ ਉਹਦੇ 'ਤੇ ਐਕਸਪੈਂਡੀਚਰ ਕਰਿਆ ਮੀਨਸ ਬਿਲਡਿੰਗ ਕ੍ਰੀਏਟ ਕਰੀ ਐਕਸਪੈਂਡੀਚਰ ਔਨ ਬਿਲਡਿੰਗ ਹੋਰ ਐਕਸਪੈਂਡੀਚਰ ਔਨ ਸ਼ੇਅਰਸ ਮਸ਼ੀਨ ਖਰੀਦੀ ਸਰਕਾਰੀ ਫੈਕਟਰੀਆਂ ਵੀ ਤਾਂ ਹੁੰਦੀਆਂ ਨਾ ਜਿੱਦਾਂ NFL ਨੈਸ਼ਨਲ ਫਰਟੀਲਾਈਜ਼ਰਸ ਲਿਮਿਟਡ ਉਹਦੇ 'ਚ ਸਰਕਾਰ ਮਸ਼ੀਨਾਂ ਖਰੀਦਦੀ ਹੈ ਐਕਸਪੈਂਡੀਚਰ ਔਨ ਮਸ਼ੀਨਸ ਹੁਣ ਸਰਕਾਰ ਸ਼ੇਅਰਸ ਵੀ ਖਰੀਦਦੀ ਹੈ ਕੰਪਨੀਜ਼ ਦੇ ਸ਼ੇਅਰ ਵੀ ਖਰੀਦਦੀ ਹੈ ਪਰਚੇਜ਼ ਆਫ ਸ਼ੇਅਰਸ ਸਰਕਾਰ ਸ਼ੇਅਰਸ ਵੀ ਖਰੀਦ ਲੈਂਦੀ ਹੈ ਕਦੀ ਕਦੀ ਜਿੱਦਾਂ ਤੁਸੀਂ ਦੇਖਦੇ ਹੋ ਪੰਜਾਬ ਦੇ ਵਿੱਚ ਇੱਕ ਆਇਲ ਰਿਫਾਈਨਰੀ ਹੈ ਜੁਆਇੰਟ ਵੈਂਚਰ ਹੈ ਲਕਸ਼ਮੀ ਨਿਵਾਸ ਮਿੱਤਲ ਦਾ ਅਤੇ ਸਰਕਾਰ ਦਾ ਬਠਿੰਡੇ ਦੇ ਵਿੱਚ ਸੋ ਪਰਚੇਜ਼ ਆਫ ਸ਼ੇਅਰਸ ਖਰੀਦਣੇ ਸਰਕਾਰ ਕੰਪਨੀਆਂ ਦੇ ਸ਼ੇਅਰਸ ਖਰੀਦ ਲੈਂਦੀ ਹੈ ਉਹ ਵੀ ਸਾਡਾ ਕੈਪੀਟਲ ਐਕਸਪੈਂਡੀਚਰ ਹੈ ਸਰਕਾਰ ਦਾ ਐਸੈਟ ਵਧਿਆ ਐਕਸਪੈਂਡੀਚਰ ਔਨ ਮਸ਼ੀਨ ਦੇ ਨਾਲ ਸਰਕਾਰ ਦਾ ਐਸੈਟ ਵਧਿਆ ਅੱਛਾ ਜੇ ਸਰਕਾਰ ਨੇ ਕੋਈ ਲੋਨ ਲਿਆ ਹੋਇਆ ਸੀਗਾ ਵਰਲਡ ਬੈਂਕ ਤੋਂ
उनकी रीपेमेंट करी है सेंट्रल गवर्नमेंट ने, सपोज सेंट्रल गवर्नमेंट ने रीपेमेंट करी है, रीपेमेंट ऑफ सेंट्रल लोन, रीपेमेंट ऑफ लोन बाय लोन टू वर्ल्ड बैंक, मीनस वर्ल्ड बैंक ਨੂੰ ਰੀਪੇਮੈਂਟ ਕਰੀ ਹੈ ਲੋਨ ਦੀ। ਸੋ ਇਹਦੇ ਨਾਲ ਸਰਕਾਰ ਦਾ ਕਰਜ਼ਾ ਘਟਿਆ ਨਾ। ਯੈਸ, ਹੁਣ ਸੈਂਟਰਲ ਗਵਰਨਮੈਂਟ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਜਿਹੜਾ ਲੋਨ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਦਿੰਦੀ ਹੈ, ਠੀਕ ਹੈ, ਸੋ ਉਹਦੇ ਨਾਲ ਉਹ ਸਰਕਾਰ ਦਾ ਐਸੈਟ ਹੁੰਦੀ ਹੈ, ਐਸੈਟ ਵੱਧ ਰਿਹਾ। ਸੋ ਜੋ ਲੋਨ ਬਾਏ ਸੈਂਟਰਲ ਗਵਰਨਮੈਂਟ ਟੂ ਸਟੇਟ ਗਵਰਨਮੈਂਟ, CG ਟੂ SG, ਸੋ ਸੈਂਟਰਲ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੂੰ ਲੋਨ ਦਿੱਤਾ, ਸਰਕਾਰ ਦਾ ਐਸੈਟ ਵਧਿਆ। ਸੋ ਦਿਸ ਇਜ਼ ਆਰ ਕੈਪੀਟਲ ਐਕਸਪੈਂਡੀਚਰ। ਸੋ ਇਹਦੇ ਨਾਲ ਸਾਡਾ ਕੈਪੀਟਲ ਐਕਸਪੈਂਡੀਚਰ ਹੋ ਗਿਆ। ਸੋ ਮੈਂ ਤੁਹਾਨੂੰ ਸਾਰੇ ਐਕਸਪੈਂਡੀਚਰ ਕਰਵਾ ਦਿੱਤੇ, ਰੈਵਨਿਊ ਐਕਸਪੈਂਡੀਚਰ, ਕੈਪੀਟਲ ਐਕਸਪੈਂਡੀਚਰ, ਰੈਵਨਿਊ ਰਿਸੀਟਸ, ਕੈਪੀਟਲ ਰਿਸੀਟਸ। ਸੋ ਬਜਟ ਰਿਸੀਟਸ ਕਿੰਦੇ ਇਕੁਅਲ ਹੁੰਦੀਆਂ, ਰੈਵਨਿਊ ਰਿਸੀਟ ਪਲੱਸ ਕੈਪੀਟਲ ਰਿਸੀਟ। ਬਜਟ ਐਕਸਪੈਂਡੀਚਰ ਕਿੰਦੇ ਇਕੁਅਲ ਹੁੰਦਾ, ਰੈਵਨਿਊ ਐਕਸਪੈਂਡੀਚਰ ਪਲੱਸ ਕੈਪੀਟਲ ਐਕਸਪੈਂਡੀਚਰ। ਹੁਣ ਅਸੀਂ ਡੈਫਿਸਿਟਸ ਕਰਨ ਵਾਲੇ ਹਾਂ। ਡੈਫਿਸਿਟਸ ਮੀਨਸ ਕਮੀ, ਬੇਸਿਕਲੀ ਡੈਫਿਸਿਟ ਦਾ ਮਤਲਬ ਤਾਂ ਕਮੀ ਹੀ ਹੁੰਦਾ। ਸੋ ਹੁਣ ਮੈਂ ਤੁਹਾਡੇ ਨਾਲ ਡੈਫਿਸਿਟਸ ਡਿਸਕਸ ਕਰਨ ਵਾਲਾ। ਸੋ ਵਾਟ ਇਜ਼ ਡੈਫਿਸਿਟ? Deficit refers to the situation when expenditure of government are greater than revenue, when budget expenditure are greater than budget receipts. So ਅਸੀਂ deficits ਕਰਨ ਜਾ ਰਹੇ ਹਾਂ। budget deficit ਕੀ ਹੁੰਦਾ? budget deficit is the situation when budget expenditure of the government is greater than budget receipts, means ਸਰਕਾਰ ਦਾ ਖਰਚਾ greater than ਸਰਕਾਰੀ receipts ਹੈ। budget expenditure, it is the situation when budget expenditure is greater than budget receipts. ਹੁਣ budget deficit ਅੱਗੇ ਤਿੰਨ ਤਰ੍ਹਾਂ ਦਾ ਹੁੰਦਾ, revenue deficit, budget deficit ਅੱਗੇ ਤਿੰਨ ਤਰ੍ਹਾਂ ਦਾ ਹੁੰਦਾ, revenue deficit, primary deficit ਤੇ fiscal deficit ਤੇ primary deficit। revenue deficit, fiscal deficit ਤੇ primary deficit. For budget deficit is the situation when budget expenditures are greater than budget receipts, ਤੇ budget deficit ਤਿੰਨ ਤਰ੍ਹਾਂ ਦਾ ਹੁੰਦਾ, revenue deficit, fiscal deficit, primary deficit। revenue, fiscal and primary deficit ਤਿੰਨ ਤਰ੍ਹਾਂ ਦਾ ਹੁੰਦਾ। revenue deficit ਦਾ ਫਾਰਮੂਲਾ ਕੀ ਹੁੰਦਾ? revenue expenditure minus revenue receipts। revenue deficit ਦਾ ਫਾਰਮੂਲਾ ਹੁੰਦਾ revenue expenditure minus revenue receipts। so revenue expenditure भी ਤੁਹਾਨੂੰ ਪਤਾ ਹੈ, revenue receipts ਵੀ ਤੁਹਾਨੂੰ ਪਤਾ ਹੈ। revenue expenditure minus revenue receipts। fiscal deficit ਦਾ ਫਾਰਮੂਲਾ ਕੀ ਹੁੰਦਾ? fiscal deficit is equal to budget expenditure minus budget receipts। ਇਹਦਾ ਇੱਕ ਫਾਰਮੂਲਾ ਆ ਹੁੰਦਾ। budget expenditure ਕਿੰਦੇ ਇਕੁਅਲ ਹੁੰਦੇ ਆ? revenue expenditure plus capital expenditure। budget receipts ਕਿੰਦੇ ਇਕੁਅਲ ਹੁੰਦੀ ਹੈ? revenue receipts plus capital receipts। budget receipts ਦੋ ਤਰ੍ਹਾਂ ਦੀਆਂ ਹੁੰਦੀਆਂ, revenue receipts plus capital receipts। ਸੋ budget deficit ਦਾ ਇੱਕ ਹੋਰ ਫਾਰਮੂਲਾ ਵੀ ਹੁੰਦਾ। ਸੋ ਪੇਪਰ ਦੇ ਵਿੱਚ ਯਾਦ ਰੱਖਣਾ, ਸੌਰੀ ਆ ਫਿਸਕਲ ਡੈਫਿਸਿਟ ਦਾ ਇੱਕ ਹੋਰ ਫਾਰਮੂਲਾ, ਇੱਕ ਤਾਂ ਫਾਰਮੂਲਾ, ਇੱਕ ਇਹਦਾ ਹੋਰ ਫਾਰਮੂਲਾ ਮੈਂ ਤੁਹਾਨੂੰ ਕਰਕੇ ਦਿਖਾਉਣ ਵਾਲਾ। ਸੋ ਬਜਟ ਡੈਫਿਸਿਟ ਤਿੰਨ ਤਰ੍ਹਾਂ ਦਾ ਹੁੰਦਾ। ਰੈਵਨਿਊ ਡੈਫਿਸਿਟ ਉਹਦਾ ਫਾਰਮੂਲਾ ਹੀ ਹੈ revenue expenditure minus revenue receipts। fiscal deficit budget expenditure minus budget receipts। budget expenditure is equal to revenue expenditure plus capital expenditure। budget receipts is equal to revenue receipts plus capital receipts। so dear students, ਹੁਣ ਫਿਸਕਲ ਡੈਫਿਸਿਟ ਦਾ ਦੂਸਰਾ ਫਾਰਮੂਲਾ, ਜਦੋਂ ਵੀ ਸਰਕਾਰ ਫਿਸਕਲ ਡੈਫਿਸਿਟਸ ਹੁੰਦੀ ਹੈ, ਸਰਕਾਰ ਦੇ ਕੋਲ ਤਿੰਨ ਚੀਜ਼ਾਂ ਹੁੰਦੀਆਂ, ਜਾਂ ਤਾਂ ਬੋਰੋ ਕਰੇ, ਮੀਨਸ ਇਸ ਸਿਚੁਏਸ਼ਨ ਦੇ ਵਿੱਚ ਸਰਕਾਰ ਕੋਲ ਤਿੰਨ ਆਪਸ਼ਨਸ ਹੈ, ਜਾਂ ਤਾਂ ਬੋਰੋ ਕਰੇ RBI ਕੋਲ, ਬੋਰੋਇੰਗ ਫਰੋਮ RBI, ਜਾਂ ਬੋਰੋ ਕਰੇ ਕਿੰਦੇ ਕੋਲੋਂ? ਪਬਲਿਕ ਕੋਲੋਂ, ਬੋਰੋਇੰਗ ਫਰੋਮ ਪਬਲਿਕ। ਤੀਸਰੀ ਸਿਚੁਏਸ਼ਨ ਕੀ ਹੈ? ਬੋਰੋ ਕਿੰਦੇ ਤੋਂ ਕਰੇ? ਰੈਸਟ ਆਫ ਵਰਲਡ ਤੋਂ। ਤਿੰਨ ਸੀ ਚੀਜ਼ ਹੈ, ਮੀਨਸ ਜਦੋਂ ਸਰਕਾਰ ਕੋਲ ਫਿਸਕਲ ਡੈਫਿਸਿਟ ਆਉਂਦਾ, ਸਰਕਾਰ ਦੇ ਕੋਲ ਤਿੰਨ ਸਿਚੁਏਸ਼ਨਸ ਹੈ, ਬੋਰੋਇੰਗ ਫਰੋਮ RBI, ਬੋਰੋਇੰਗ ਫਰੋਮ ਪਬਲਿਕ, ਬੋਰੋਇੰਗ ਫਰੋਮ ROW, ਰੈਸਟ ਆਫ ਵਰਲਡ। ਰੈਸਟ ਆਫ ਵਰਲਡ ਦਾ ਮਤਲਬ ਕੀ ਹੈ ਕਿ ਅਸੀਂ ਬਾਹਰਲੇ ਕਿਸੇ ਦੇਸ਼ਾਂ ਤੋਂ ਲੋਨ ਵਗੈਰਾ ਲੈ ਲਏ, ਬੋਰੋਇੰਗ ਫਰੋਮ ROW। ਪ੍ਰਾਇਮਰੀ ਡੈਫਿਸਿਟ ਦਾ ਫਾਰਮੂਲਾ ਕੀ ਹੁੰਦਾ? ਫਿਸਕਲ ਡੈਫਿਸਿਟ ਮਾਈਨਸ ਇੰਟਰਸਟ ਪੇਮੈਂਟ। primary deficit is equal to fiscal deficit minus interest payment। so primary deficit, अच्छा मेरी गल ध्यान नाल देखियो, बेसिकली प्राइमरी डेफिसिट नाल ये पता चलता है कि मीनस देखो प्राइमरी डेफिसिट जीरो होए, मीनस पेपर च कदी कदी आ जाता प्राइमरी डेफिसिट जीरो है। जीरो कदों होएगा? जो फिसकल डेफिसिट ते इंटरस्ट पेमेंट्स
ਹੁਣ क्या मीनस ਇਹਦੇ ਨਾਲ ਪਤਾ ਕੀ ਪਤਾ ਚੱਲੇਗਾ ਪਿਛਲੀ ਸਰਕਾਰ ਦੀ ਨਲਾਇਕੀ ਹੈ मीनस ਜਿੰਨਾ मीन देखो जी ਹੁਣ ਜਦ ਤੱਕ ਮੋਦੀ ਗਵਰਨਮੈਂਟ ਚੱਲ ਰਹੀ ਹੈ ਇਸ ਤੋਂ ਪਹਿਲਾਂ ਕਾਂਗਰਸ ਗਵਰਨਮੈਂਟ ਸੀ ਜੇ ਮੋਦੀ ਗਵਰਨਮੈਂਟ ਦੇ ਵਿੱਚ ਪ੍ਰਾਇਮਰੀ ਡੈਫਿਸਿਟ ਜ਼ੀਰੋ ਆਏ ਸਪੋਜ਼ ਹਲੇ ਜ਼ੀਰੋ ਆਇਆ ਨਹੀਂ ਜੇ ਜ਼ੀਰੋ ਆਇਆ ਤਾਂ ਉਹ ਕਹਿ ਸਕਦਾ ਹੈ ਕਿ ਮੇਰੀ ਸਰਕਾਰ ਦਾ ਡੈਫਿਸਿਟ ਸਿਰਫ ਪਿਛਲੀ ਸਰਕਾਰ ਦੇ ਕੀ ਕਹਿੰਦੇ ਇੰਟਰਸਟ ਜੇ ਸਪੋਜ਼ ਇੰਟਰਸਟ ਪੇਮੈਂਟ 56 ਹੈ ਤੇ ਫਿਸਕਲ ਡੈਫਿਸਿਟ ਵੀ 56 ਹੈ मीनस ਮੋਦੀ ਕਹਿ ਸਕਦਾ ਕਿ ਮੇਰੀ ਸਰਕਾਰ ਦਾ ਫਿਸਕਲ ਡੈਫਿਸਿਟ ਸਿਰਫ ਇੰਟਰਸਟ ਪੇਮੈਂਟ ਦੇ ਕਾਰਨ ਆਇਆ मीनस वो देखता है कि पिछे इहदे विच ये पता चलता है कि पिछली सरकार दी किन्नी नलैकी है पिछली सरकार ने किन्ने लोन लए सी सपोज साडे कोल आया इत्थे 28 ते इहदे विचों इंटरस्ट पेमेंट है 10 मीनस पिछली मीनस इस साल दा असली दे विच सरकार दा घाटा किन्ना 18 10 तां पिछली सरकार दी नलैकियां दे कारण है मीनस ये हुंदी इंप्लीकेशन प्राइमरी डेफिसिट्स gives the government gives implication and the implication की है primary deficit gives the implication that how much burden of interest is there on the present government due to the activities of previous government ਪ੍ਰੈਜ਼ੈਂਟ ਗਵਰਨਮੈਂਟ ਤੇ ਕਿੰਨਾ ਬਰਡਨ ਹੈ ਪ੍ਰੀਵੀਅਸ ਗਵਰਨਮੈਂਟ ਦੀ ਐਕਟੀਵਿਟੀਜ਼ ਦੇ ਕਾਰਨ ਜੇ ਪ੍ਰਾਇਮਰੀ ਡੈਫਿਸਿਟ ਜ਼ੀਰੋ ਹੈ ਇਹਦਾ ਮਤਲਬ ਕੀ ਹੈ ਫਿਸਕਲ ਡੈਫਿਸਿਟ ਤੇ ਇੰਟਰਸਟ ਪੇਮੈਂਟ ਇਕੁਅਲ ਹੈ मीनस ਜੇ ਸਪੋਜ਼ 30 ਹੈ ਇਹ ਆਹ ਤੇ ਇੰਟਰਸਟ ਪੇਮੈਂਟ ਵੀ 30 ਹੈ मीनस ਪ੍ਰਾਇਮਰੀ ਡੈਫਿਸਿਟ ਜ਼ੀਰੋ ਹੈ ਇਹਦੀ ਇੰਪਲੀਕੇਸ਼ਨ ਇਹ ਹੈ ਕਿ ਇਸ ਸਰਕਾਰ ਦੀ ਕੋਈ ਗਲਤੀ ਨਹੀਂ ਹੈ ਪਿਛਲੀ ਸਰਕਾਰ ਨੇ ਕਰਜ਼ੇ ਲਏ ਹੋਏ ਸੀ ਉਹਦੇ ਉੱਤੇ ਵਿਆਜ ਪੇ ਕਰਨੀ ਪਈ ਹੈ ਇਸ ਸਰਕਾਰ ਨੂੰ ਸੋ ਪ੍ਰਾਇਮਰੀ ਡੈਫਿਸਿਟ ਗਿਵਸ ਦ ਇੰਪਲੀਕੇਸ਼ਨ ਅਬਾਊਟ ਦ activities means how much burden is created by the financial activities of previous government primary deficit gives the implication of financial burden caused by the activities of previous financial activities of previous government hun fiscal deficit देखो जी इन्फ्लेशनरी हो सकता कदों फिस्कल डेफिसिट की इंप्लीकेशन की है एक तो इनकी इंप्लीकेशन तो दसती प्राइमरी डेफिसिट की फिस्कल दी है प्रेशर ऑन फ्यूचर जनरेशन मीनस देखो जी जिस देश ਦੇ ਵਿੱਚ ਫਿਸਕਲ ਡੈਫਿਸਿਟ ਹੋਏਗਾ ਨਾ ਆਉਣ ਵਾਲੀ ਪੀੜ੍ਹੀਆਂ ਭੁਗਤਣਗੀਆਂ ਉਹਨੂੰ ਸੋ ਇਟਸ ਦ ਪ੍ਰੈਸ਼ਰ ਔਨ ਫਿਊਚਰ ਜਨਰੇਸ਼ਨ ਹੋ ਰਹੇ मीनस ਫਿਸਕਲ ਡੈਫਿਸਿਟ ਦੇ ਨਾਲ ਮਹਿੰਗਾਈ ਵੱਧਦੀ ਹੈ ਕਿਉਂ ਜੇ ਸਰਕਾਰ ਆਰਬੀਆਈ ਤੋਂ ਬੋਰੋ ਕਰੇਗੀ मीनस ਕਰੰਸੀ ਨੋਟਸ ਜ਼ਿਆਦਾ ਛਪਣਗੇ ਜਦੋਂ ਕਰੰਸੀ ਨੋਟਸ ਜ਼ਿਆਦਾ ਛਪਦੇ ਮਹਿੰਗਾਈ ਹੁੰਦੀ ਹੈ ਸੋ ਫਿਸਕਲ ਡੈਫਿਸਿਟ ਦੀ ਪਹਿਲੀ ਇੰਪਲੀਕੇਸ਼ਨ ਕੀ ਹੈ ਬਰਡਨ ਔਨ ਫਿਊਚਰ ਜਨਰੇਸ਼ਨ दूसरी इन्फ्लेशन की मीन्स है नेशनल डेट है बर्डन ऑन फ्यूचर जनरेशन है इन्फ्लेशनरी स्पायरल है क्योंकि बोरो करना पै रहा आरबीआई को बोलो बोरो करना पेगा मीन्स महंगाई बढ़ेगी अगली है इरोजन ऑफ गवर्नमेंट क्रेडिबिलिटी मीन्स अगली इंप्लीकेशन मीन्स जिस सरकार का फिस्कल डेफिसिट होएगा ना उनकी गवर्नमेंट क्रेडिबिलिटी बहुत इरोड हो जाएगी कोई लोग विश्वास नहीं करेंगे वो कहेंगे तो सरकार ही घटी है इन्ना फिस्कल डेफिसिट सो इनकी पहली इंप्लीकेशन बर्डन ऑन फ्यूचर जनरेशन दूसरी इंप्लीकेशन इनकी है कि बर्डन ऑन फ्यूचर जनरेशन तो बाद दूसरी हैगी इरोजन ऑफ गवर्नमेंट क्रेडिबिलिटी मीनस सरकार की पूरी छवि खत्म हो जाती है उस तो बाद दी अगली इंप्लीकेशन की महंगाई वधदी है क्योंकि जदों भी आरबीआई तो बोरो करती है सरकार नोट्स ज़्यादा छपते हैं करंसी नोट्स ज़्यादा छपते हैं मीनस महंगाई वधदी है क्राउडिंग आउट इफेक्ट इहदे नाल क्राउडिंग आउट इफेक्ट की हुंदा है जे फिस्कल डेफिसिट होएगा सरकार किंदे तो बोरो करेगी पब्लिक को जो पब्लिक को बोरो करेगी मीनस हुण पब्लिक बोर सरकार नूं ही पैसा दे दूगी आम बंदे नूं तां पब्लिक पैसा नहीं देगी सपोज हुण मेरे को ऑप्शन है कि मेरे को फालतू पैसा है सरकार है एक हथ इधर सरकार है इत्थे मेरा दोस्त है मैं किनू दूंगा सरकार नूं क्योंकि उन्हें पता सरकार पैसा लैके भज्जेगी नहीं मीनस मेरे दोस्त को पैसा नहीं आएगा मीनस वो फैक्ट्री दे विच मशीनरी नहीं खरीदेगा फैक्ट्री च मशीनरी नहीं खरीदेगा मीनस कमाइयां घट होणगियां क्राउडिंग आउट इफेक्ट है मीनस बोरोइंग फ्रॉम पब्लिक जो फिस्कल डेफिसिट होएगा तो इनकी थर्ड इंप्लीकेशन क्राउडिंग आउट इफेक्ट है क्राउडिंग आउट इफेक्ट की है मीनस मेरे को दो ऑप्शंस है मैं सरकार मीनस सरकार नूं पैसा देवां तो अपने बेस्ट फ्रेंड नूं देवां किनूं दूंगा सरकार नूं क्योंकि मैनूं पता सरकार ज़्यादा फेवरेबल है पैसा देना सरकार नूं क्योंकि वो डुबेगा नहीं दोस्त तो लैके भी भज जाएगा मीनस हुण सरकार नूं मैं पैसा देता दोस्त नूं मिलिया नहीं दोस्त ने अगे इन्वेस्टमेंट नहीं करी मशीनरी नहीं खरीदी इदां पूरी इकोनॉमी दे विच मीनस मशीनरी नहीं जाएगी प्रोडक्शन घट जाएगी इनकम घट होएगी इंप्लॉयमेंट घट होएगी ये इफेक्ट नूं क्राउडिंग आउट इफेक्ट कहंदे मीनस जदों इन्वेस्टमेंट्स घट जांदियां इहनूं क्राउडिंग आउट इफेक्ट कहंदे सो मैं तुहानूं इंप्लीकेशन सारियां फिस्कल डेफिसिट्स दियां करवातियां मीनस फिस्कल डेफिसिट की होर इंप्लीकेशन लो GDP ग्रोथ सो मैं तुहानूं दस्सिया
सब तो पहला फिजिकल डेफिसिट इन्फ्लेशनरी स्पायरल, क्योंकि मैं लोग सरकार कितों दी बोरो कर रही है, आरबीआई तो बोरो करेगी कि नोट्स ज़्यादा छपणगे, इन्फ्लेशनरी स्पायरल। जो तो सरकार पब्लिक तो बोरो करेगी, क्राउडिंग आउट इफेक्ट होएगा। क्राउडिंग आउट इफेक्ट होगा मीनस ਤੁਹਾਨੂੰ ਇੱਦਾਂ ਦੱਸ ਰਿਹਾ, ਜੇ ਆਰਬੀਆਈ ਤੋਂ ਬੋਰੋ ਕਰੇਗੀ ਕਰੰਸੀ ਨੋਟਸ ਜ਼ਿਆਦਾ ਛਪਣਗੇ, ਮਹਿੰਗਾਈ ਵਧੇਗੀ। ਜੇ ਪਬਲਿਕ ਤੋਂ ਬੋਰੋ ਕਰੇਗੀ ਮੀਨਸ ਮੇਰੇ ਕੋਲ ਦੋ ਆਪਸ਼ਨ ਹੈ, ਮੈਂ ਆਪਣੇ ਦੋਸਤ ਨੂੰ ਪੈਸੇ ਦੇਵਾਂ, ਸਰਕਾਰ ਨੂੰ ਦੇਵਾਂ, ਮੈਂ ਸਰਕਾਰ ਨੂੰ ਦਊਂਗਾ। ਦੋਸਤ ਨੂੰ ਪੈਸਾ ਨਹੀਂ ਦਊਂਗਾ ਮੀਨਸ ਉਹ ਇਨਵੈਸਟਮੈਂਟ ਨਹੀਂ ਕਰੇਗਾ, ਪੂਰੀ ਇਕੋਨਮੀ 'ਚ ਇਨਵੈਸਟਮੈਂਟ ਘਟਦੀ ਜਾਏਗੀ, ਮੀਨਸ ਉਹਦੇ ਨਾਲ ਕੀ ਹੋਊਗਾ, ਇਨਕਮ ਘਟੇਗੀ, ਇੰਪਲੋਇਮੈਂਟ ਘਟੇਗੀ, ਪ੍ਰੋਡਕਸ਼ਨ ਘਟੇਗੀ। ਮੀਨਸ ਇਹਦੇ ਨਾਲ ਪਬਲਿਕ ਤੋਂ ਬੋਰੋ ਕਰਨ ਦੇ ਕਾਰਨ ਉਹ ਕਰਾਊਡਿੰਗ ਇਫੈਕਟ ਹੁੰਦਾ ਤੇ ਜੀਡੀਪੀ ਗਰੋਥ ਘਟ ਜਾਂਦੀ ਹੈ, ਕਿਉਂਕਿ ਮੇਰੇ ਦੋਸਤ ਨੂੰ ਮੈਂ ਪੈਸਾ ਨਹੀਂ ਦਿੱਤਾ ਤੇ ਉਹਨੇ ਇਨਵੈਸਟਮੈਂਟ ਨਹੀਂ ਕਰੀ, ਪ੍ਰੋਡਕਸ਼ਨ ਘਟ ਗਈ। ਪ੍ਰੋਡਕਸ਼ਨ ਦਾ ਘਟਣਾ ਮੀਨਸ ਜੀਡੀਪੀ ਦੀ ਗਰੋਥ ਘਟ ਗਈ। ਜਦੋਂ ਅਸੀਂ ਫੋਰ ਰੈਸਟ ਆਫ ਦਾ ਵਰਲਡ ਬਾਹਰਲੇ ਦੇਸ਼ਾਂ ਤੋਂ ਪੈਸਾ ਬੋਰਾ ਕਰਾਂਗੇ, ਸਾਡੀ ਫੋਰਨ ਡਿਪੈਂਡੈਂਸ ਵੱਧ ਜਾਂਦੀ ਹੈ। ਸੋ ਜਿੱਦਾਂ ਜਦੋਂ ਇੰਡੀਆ ਪਾਕਿਸਤਾਨ ਵਾਰ ਹੋਇਆ ਸੀਗਾ, ਅਸੀਂ ਡਿਪੈਂਡੈਂਟ ਸੀਗੇ ਅਮਰੀਕਾ ਤੇ। ਅਮਰੀਕਾ ਨੇ ਕਿਹਾ ਸੀ ਆਈਦਰ ਵਿਦਡਰਾ ਫਰੋਮ ਦਾ ਵਾਰ ਔਰ ਆਈ ਵਿਲ ਸਟਾਪ ਸਪਲਾਈਂਗ ਦਾ ਫੂਡ ਗ੍ਰੇਨਸ ਟੂ ਇੰਡੀਆ। ਮੀਨਸ ਸਾਡੇ ਤੇ ਬੋਰੋ ਆ ਰੈਸਟ ਆਫ ਵਰਲਡ ਤੋਂ ਜੋ ਤੁਸੀਂ ਬੋਰੋ ਕਰਦੇ ਆ ਨਾ, ਮੀਨਸ ਪ੍ਰੈਸ਼ਰ ਹੁੰਦਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਉੱਤੇ। ਸੋ ਇਹ ਸਾਡੀ ਇੰਪਲੀਕੇਸ਼ਨ ਹੋ ਗਈ ਹੈ ਫਿਸਕਲ ਡੈਫਿਸਿਟ ਦੀ। ਰੈਵਨਿਊ ਡੈਫਿਸਿਟ ਦੀ ਇੰਪਲੀਕੇਸ਼ਨ ਕੀ ਹੈ? ਜੇ ਰੈਵਨਿਊ ਡੈਫਿਸਿਟ ਹੈ ਮੀਨਸ ਇਹਦੀ ਇੰਪਲੀਕੇਸ਼ਨ ਇਹ ਹੈ ਕਿ ਸਰਕਾਰ ਨੂੰ ਸਬਸਿਡੀਜ਼ ਘਟਾਉਣੀਆਂ ਚਾਹੀਦੀਆਂ। ਮੀਨਸ ਹੁਣ ਜਿੱਦਾਂ ਮੋਦੀ ਗਵਰਨਮੈਂਟ ਨੇ ਬੇਸਿਕਲੀ ਆਹ ਘਟਾਈ, ਆਪਣੀ ਕੀ ਕਹਿੰਦੇ ਐਲਪੀਜੀ ਸਬਸਿਡੀ ਘਟਾਈ, ਖਤਮ ਵੀ ਕਰ ਰਿਹਾ। ਕਿਉਂ ਇਸ ਲਈ ਕਰ ਰਿਹਾ? ਤਾਂ ਬਿਕੋਜ਼ ਉਹਦੀ ਡੈਫਿਸਿਟ, ਰੈਵਨਿਊ ਡੈਫਿਸਿਟ ਬਹੁਤ ਜ਼ਿਆਦਾ ਹੈ। ਮੀਨਸ ਉਹਨੂੰ ਆਪਣੀ ਸੋਸ਼ਲ ਵੈਲਫੇਅਰ ਸਕੀਮਸ ਦੇ ਉੱਤੇ ਪੈਸਾ ਕੱਟ ਕਰਨਾ ਪਏਗਾ। ਮੀਨਸ ਅਸੀਂ ਬੇਫਾਲਤੂ ਦਾ ਸੋਸ਼ਲ ਵੈਲਫੇਅਰ ਸਕੀਮਸ ਨੂੰ ਆਪਾਂ ਖਤਮ ਕਰਾਂਗੇ ਤੇ ਇਸ ਸਿਚੁਏਸ਼ਨ ਦੇ ਵਿੱਚ ਗਵਰਨਮੈਂਟ ਨੂੰ ਆਪਣੀ ਡਿਸਇਨਵੈਸਟਮੈਂਟ ਕਰਨੀ ਪਏਗੀ। ਇਸ ਟਾਈਮ ਮੋਦੀ ਗਵਰਨਮੈਂਟ ਏਅਰ ਇੰਡੀਆ ਵੇਚ ਰਹੀ ਹੈ। ਕਿਉਂ? ਕਿਉਂਕਿ ਰੈਵਨਿਊ ਡੈਫਿਸਿਟ ਹੈ। ਰੈਵਨਿਊ ਡੈਫਿਸਿਟਸ ਦੇ ਨਾਲ ਡਿਸਇਨਵੈਸਟਮੈਂਟ ਫੋਰਸ ਹੁੰਦੀ ਹੈ। ਸੋ ਰੈਵਨਿਊ ਡੈਫਿਸਿਟ ਦੀ ਇੰਪਲੀਕੇਸ਼ਨ ਕੀ ਹੈ? ਇਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਹੁੰਦਾ ਹੈ ਕਿ ਡਿਸਇਨਵੈਸਟਮੈਂਟ ਕਰੇ ਸਰਕਾਰ। ਦੂਸਰੀ ਰੈਵਨਿਊ ਡੈਫਿਸਿਟ ਦੀ ਇੰਪਲੀਕੇਸ਼ਨ ਕੀ ਹੈ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਆਉਂਦਾ ਹੈ ਕਿ ਆ ਸਬਸਿਡੀਆਂ ਘਟਾਏ, ਸੋਸ਼ਲ ਵੈਲਫੇਅਰ ਸਕੀਮਸ ਦੇ ਉੱਤੇ ਪੈਸਾ ਲਗਾਉਣਾ ਘਟਾਏ। ਫਿਰ ਇਹਦੀ ਇੰਪਲੀਕੇਸ਼ਨ ਕੀ ਹੈ? ਜੇ ਸਰਕਾਰ ਬੋਰੋ ਕਰਦੀ ਹੈ ਆਰਬੀਆਈ ਦੇ ਕੋਲੋਂ ਤਾਂ ਮਹਿੰਗਾਈ ਵਧੇਗੀ, ਪਬਲਿਕ ਕੋਲੋਂ ਬੋਰੋ ਕਰੇਗੀ ਜੀਡੀਪੀ ਦੀ ਕਮੀ ਆਏਗੀ, ਕਰਾਊਡਿੰਗ ਆਊਟ ਇਫੈਕਟ ਹੋਏਗਾ। ਕਰਾਊਡਿੰਗ ਆਊਟ ਇਫੈਕਟ ਕੀ ਹੈ ਕਿ ਤੁਹਾਨੂੰ ਦੱਸਿਆ ਕਿ ਮੈਂ ਪੈਸਾ ਸਰਕਾਰ, ਲੋਕੀ ਜਨਤਾ ਪੈਸਾ ਕਿਹਨੂੰ ਦੇਣਾ ਪ੍ਰੈਫਰ ਕਰੇਗੀ? ਸਰਕਾਰ ਨੂੰ। ਮੀਨਸ ਆਮ ਸੁਸਾਇਟੀ ਦੇ ਲਈ ਪੈਸਾ ਘਟ ਜਾਏਗਾ ਤੇ ਇਹਦੇ ਨਾਲ ਇਨਵੈਸਟਮੈਂਟਸ ਘਟ ਜਾਣਗੀਆਂ, ਜੀਡੀਪੀ ਘਟ ਜਾਏਗਾ। ਰੈਸਟ ਆਫ ਦਾ ਵਰਲਡ ਤੇ ਜੋ ਅਸੀਂ ਬੋਰੋ ਕਰਾਂਗੇ ਤਾਂ ਸਾਡੇ ਤੇ ਫੋਰਨ ਡਿਪੈਂਡੈਂਸ ਬਹੁਤ ਵਧੇਗੀ। ਫਿਰ ਪ੍ਰਾਇਮਰੀ ਡੈਫਿਸਿਟ ਇਹ ਦੱਸਦੀ ਹੈ ਕਿ ਪਿਛਲੀ ਸਰਕਾਰ ਦੀ ਜਿਹੜੀ ਐਕਟੀਵਿਟੀਜ਼, ਫਾਈਨੈਂਸ਼ੀਅਲ ਐਕਟੀਵਿਟੀਜ਼ ਦੇ ਕਾਰਨ ਕਿੰਨੀ ਸਰਕਾਰ ਨੂੰ ਪ੍ਰੈਜ਼ੈਂਟ ਮੌਜੂਦਾ ਸਰਕਾਰ ਨੂੰ ਵਿਆਜ ਦੇਣੀ ਪਈ। ਮੀਨਸ ਬਲੇਮ ਗੇਮ ਆਪਾਂ ਲਗਾ ਦਿੰਦੇ ਹਾਂ। ਮੀਨਸ ਇਹਦੇ ਨਾਲ ਕੀ ਹੈ ਕਿ ਇਸ ਪ੍ਰਾਇਮਰੀ ਡੈਫਿਸਿਟ ਦੇ ਨਾਲ ਸਰਕਾਰਾਂ ਬਲੇਮ ਗੇਮ ਲਗਾਉਂਦੀਆਂ ਕਿ ਪਿਛਲੀ ਸਰਕਾਰ ਦੀ ਇੰਨੀ ਗਲਤੀ ਹੈ ਜਿਹਦੇ ਕਾਰਨ ਅਸੀਂ ਵਿਆਜ ਪੇ ਕਰ ਰਹੇ ਹਾਂ। ਸੋ these were the implication of budget deficits.